Hello students, today we are going to discuss methods of sampling. ठीक है, टू टाइप्स के थे, probability and non probability. Probability ਦੇ ਵਿੱਚ ਆਪਣੇ ਕੋਲੇ 5 ਟਾਈਪਸ ਦੇ ਸੀਗੇ ਤੇ non probability ਵਿੱਚ 4 ਤਰ੍ਹਾਂ ਦੀ ਸੀ. non probability ਮਤਲਬ ਆਪਾਂ ਜਜਮੈਂਟ ਦੇ ਬੇਸ ਤੇ ਲੈਣਾ, probability ਮਤਲਬ ਆਪਾਂ ਰੈਂਡਮਲੀ ਚੂਜ਼ ਕਰਨੇ ਸਾਰੇ ਮੈਥਡ ਜਿੰਨੇ ਵੀ ਹੈਗੇ ਆ. ਰੈਂਡਮਲੀ ਕਿੱਦਾਂ, ਮੰਨ ਲਓ ਆਪਣੇ ਕੋਲੇ 5 ਕੰਪਨੀ ਹੈ, ਸੌਰੀ ਆਪਾਂ 5 ਕੰਪਨੀਜ਼ ਦੇ ਵਿੱਚ ਪੈਸਾ ਇਨਵੈਸਟ ਕਰਨਾ. ਠੀਕ ਹੈ, ਜੋ ਹੁਣ ਆਪਾਂ ਪੈਸਾ ਇਨਵੈਸਟ ਕਰਨਾ ਵਾ ਤਾਂ ਹੁਣ ਆਪਾਂ ਇਹ ਨਹੀਂ ਵੇਖਣਾ ਕਿ ਕਿਹੜੀ ਕੰਪਨੀ ਦੇ ਵਿੱਚ ਜ਼ਿਆਦਾ ਪ੍ਰੋਫਿਟ ਹੈ, ਜ਼ਿਆਦਾ ਲਾਸ ਹੋ ਰਿਹਾ, ਇਹ ਨਹੀਂ ਆਪਾਂ ਦੇਖਣਾ. ਠੀਕ ਹੈ, ਰੈਂਡਮ ਸੈਂਪਲਿੰਗ ਦੇ ਵਿੱਚ ਇੱਥੇ ਆਪਾਂ ਲਿਖ ਸਕਦੇ ਹਾਂ ਪ੍ਰੋਬੇਬਿਲਿਟੀ ਰੈਂਡਮ ਸੈਂਪਲਿੰਗ. ਠੀਕ ਹੈ, ਆਪਾਂ ਕੀ ਹੈ ਸਿੱਧਾ ਹੀ ਚੂਜ਼ ਕਰ ਲਿਆ. ਜਿੱਦਾਂ ਆਪਣੇ ਕੋਲੇ 5 ਕੰਪਨੀਆਂ ਸੀਗੀਆਂ, ਆਪਾਂ ਸਿੱਧੀ ਹੀ ਜਿਵੇਂ ਇੱਕ ਕੰਪਨੀ ਦੇ ਵਿੱਚ ਚੂਜ਼ ਕਰਨਾ ਸੀਗਾ ਉਹ ਰੈਂਡਮਲੀ ਇੱਕ ਸਿਲੈਕਟ ਕਰ ਲਈ, ਚਾਹੇ ਉਹ ਬਹੁਤ ਜ਼ਿਆਦਾ ਪ੍ਰੋਫਿਟ ਹੋਵੇ ਉਸ ਕੰਪਨੀ ਨੂੰ, ਚਾਹੇ ਬਹੁਤ ਲਾਸ ਦੇ ਵਿੱਚ ਹੋਵੇ. ਠੀਕ ਹੈ, ਆਪਾਂ ਇਨਵੈਸਟਮੈਂਟ ਇੱਕ ਕੰਪਨੀ ਦੇ ਵਿੱਚ ਬਸ ਚੂਜ਼ ਕਰਕੇ ਕਰਤਾ. ਤਾਂ ਇਹ ਤਾਂ ਸੀਗੀ ਰੈਂਡਮਲੀ ਆਪਾਂ ਸਿਲੈਕਟ ਕੀਤੀ. ਇਹਦੇ 2 ਮੈਥਡਸ ਆਪਾਂ ਕਰ ਚੁੱਕੇ ਹਾਂ, ਪ੍ਰੀਵੀਅਸ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ. ਤਾਂ ਹੁਣ ਆਪਾਂ ਨੈਕਸਟ ਅੱਜ 3 ਪ੍ਰੋਬੇਬਿਲਿਟੀ ਮੈਥਡ ਦੇ ਹੀ 3 ਮੈਥਡ ਕੰਟੀਨਿਊ ਕਰਾਂਗੇ. ਨੋਨ ਪ੍ਰੋਬੇਬਿਲਿਟੀ ਵੀ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ. ਪ੍ਰੋਬੇਬਿਲਿਟੀ ਹੁਣ ਕੀ ਹੈ, ਸਿਸਟੇਮੈਟਿਕ ਸੈਂਪਲਿੰਗ ਥਰਡ ਮੈਥਡ ਹੈ. ਫਸਟ ਆਪਣੇ ਕੋਲ ਸੀਗਾ ਰੈਂਡਮ ਤੇ ਸਟ੍ਰੈਟੀਫਾਈਡ ਸੀ. ਹੁਣ ਆਪਣੇ ਕੋਲ ਹੈ ਸਿਸਟੇਮੈਟਿਕ ਸੈਂਪਲਿੰਗ. ਸਿਸਟੇਮੈਟਿਕ ਦਾ ਮਤਲਬ ਕੀ ਹੈ ਕਿ ਨੇਮ ਤੋਂ ਹੀ ਕਲੀਅਰ ਹੋ ਰਿਹਾ ਹੈ ਕਿ ਆਪਣੀ ਸੀਕੁਐਂਸ ਦੇ ਅਕੋਰਡਿੰਗ ਆਪਾਂ ਸੈਂਪਲਿੰਗ ਕਰਨੀ. ਸੀਕੁਐਂਸ ਮਤਲਬ ਸੀਰੀਜ਼ ਦੇ ਅਕੋਰਡਿੰਗ, ਜਿਵੇਂ ਆਪਾਂ ਟਾਈਮ ਦੇ ਅਕੋਰਡਿੰਗ ਕਰਨੀ, ਠੀਕ ਹੈ, ਈਅਰ ਦੇ ਅਕੋਰਡਿੰਗ ਕਰਨੀ, ਡੇਟ ਵਾਈਜ਼ ਕਰਨੀ, ਜਾਂ ਫਿਰ ਆਪਾਂ ਅਲਫਾਬੈਟਿਕਲੀ ਕਰਨੀ. ਇਹ ਕੀ ਆਪਣੇ ਕੋਲੇ ਸਿਸਟੇਮੈਟਿਕ ਸੈਂਪਲਿੰਗ ਬੋਲਦੇ ਆ. ਸਿਸਟੇਮੈਟਿਕ ਸੈਂਪਲਿੰਗ ਦੇ ਵਿੱਚ ਆਪਣੇ ਕੋਲ ਇਨਵੋਲਵ ਹੁੰਦੀ ਹੈ ਸਿਲੈਕਸ਼ਨ ਆਫ ਸੈਂਪਲ ਯੂਨਿਟ ਐਟ ਇਕੁਅਲ ਇੰਟਰਵਲ, ਜਿਹਦੇ ਵਿੱਚ ਆਪਣੇ ਹਰ ਇੱਕ ਇਕੁਅਲ ਇੰਟਰਵਲ ਹੁੰਦੇ ਆ. ਆਫਟਰ ਆਲ ਦਾ ਯੂਨਿਟਸ ਇਨ ਪੋਪੂਲੇਸ਼ਨ ਆਰ ਅਰੇਂਜ ਇਨ ਸਮ ਸਿਸਟੇਮੈਟਿਕ ਆਰਡਰ. ਬਾਅਦ ਵਿੱਚ ਆਪਾਂ ਉਹਨਾਂ ਨੂੰ ਕੁਛ ਅਰੇਂਜ ਕਰ ਦਿੰਦੇ ਆ, ਜਿਵੇਂ ਅਲਫਾਬੈਟਿਕਲੀ ਮਤਲਬ A to Z, ਫਸਟ A B C ਇਸ ਤਰੀਕੇ ਨਾਲ. ਕ੍ਰੋਨੋਲੋਜਿਕਲੀ ਮਤਲਬ ਟਾਈਮ ਦੇ ਅਕੋਰਡਿੰਗ. ਠੀਕ ਹੈ, ਮਤਲਬ ਜਾਂ ਤਾਂ ਤੁਸੀਂ ਡੇਟ ਵਾਈਜ਼ ਲੈ ਸਕਦੇ ਹੋ. ਠੀਕ ਹੈ, ਡੇਟ ਵਾਈਜ਼ ਜਿਵੇਂ ਅੱਜ ਆਪਣੇ ਕੋਲੇ ਕਿੰਨੀ ਡੇਟ ਹੈ, ਜਾਂ ਈਅਰ ਦੇ ਅਕੋਰਡਿੰਗ. ਠੀਕ ਹੈ, ਕ੍ਰੋਨੋਲੋਜਿਕਲੀ ਮਤਲਬ ਟਾਈਮ ਦੇ ਅਕੋਰਡਿੰਗ ਆਪਾਂ ਮੈਂਸ਼ਨ ਕਰਨਾ. ਜੀਓਗ੍ਰਾਫਿਕਲ ਮਤਲਬ ਆਪਣਾ ਏਰੀਆ ਦੇ ਅਕੋਰਡਿੰਗ ਸਿਲੈਕਟ ਕਰਨਾ, ਅਰਬਨ ਦੇ ਅਕੋਰਡਿੰਗ, ਰੂਰਲ ਦੇ ਅਕੋਰਡਿੰਗ, ਉਸ ਤਰੀਕੇ ਨਾਲ. ਇਹ ਤਾਂ ਕੀ ਸੀਗੀ ਸਿਸਟੇਮੈਟਿਕ ਸੈਂਪਲਿੰਗ, ਜਿਹਨੂੰ ਆਪਾਂ ਸੀਕੁਐਂਸ ਦੇ ਅਕੋਰਡਿੰਗ ਲੈਣਾ, ਸੀਕੁਐਂਸ ਦੇ ਅਕੋਰਡਿੰਗ ਆਪਾਂ ਸਿਲੈਕਟ ਕਰਨਾ ਵਾ. ਠੀਕ ਹੈ, ਰੈਂਡਮਲੀ ਆਪਾਂ ਚੂਜ਼ ਕਰਨਾ. ਤਾਂ ਹੁਣ ਇਹਦੇ ਮੈਰਿਟਸ ਕੀ ਹੈ, ਸਿੰਪਲ ਐਂਡ ਕਨਵੀਨੀਅੰਟ. ਕਨਵੀਨੀਅੰਟ ਹੁੰਦਾ ਬਹੁਤ ਹੀ ਜ਼ਿਆਦਾ ਈਜ਼ੀ, ਬਹੁਤ ਹੀ ਜ਼ਿਆਦਾ ਸੌਖਾ ਮੈਥਡ ਹੈ ਇਹ. ਇਹਨੂੰ ਡਰਾ ਕਰਨਾ ਬਹੁਤ ਜ਼ਿਆਦਾ ਸੌਖਾ ਵਾ, ਅਤੇ ਕਨਵੀਨੀਅੰਟ ਮੈਥਡ ਆਪਣੇ ਲਈ. ਠੀਕ ਹੈ, ਈਜ਼ੀ ਹੁੰਦਾ. ਇਕਨੋਮਿਕਲ, ਇਹ ਸਸਤਾ ਮੈਥਡ ਕਿਉਂ ਪੈਂਦਾ ਵਾ, ਮਤਲਬ ਇਹਦੇ ਵਿੱਚ ਕੋਸਟ ਘੱਟ ਕਿਉਂ ਆਉਂਦੀ, ਕਿਉਂਕਿ ਆਪਾਂ ਇਹਨੂੰ ਅਲਫਾਬੈਟਿਕਲੀ ਪਹਿਲਾਂ ਹੀ ਅਰੇਂਜ ਕਰ ਲੈਂਦੇ ਹਾਂ, ਜਾਂ ਟਾਈਮ ਦੇ ਅਕੋਰਡਿੰਗ ਪਹਿਲਾਂ ਹੀ ਅਰੇਂਜ ਕਰ ਲਿਆ. ਠੀਕ ਹੈ, ਤਾਂ ਉਹ ਕੀ ਇਹਦੇ ਵਿੱਚ ਆਪਣੇ ਕੋਲ ਕੀ ਸੇਵ ਹੁੰਦਾ, ਟਾਈਮ ਸੇਵ ਹੁੰਦਾ ਬਹੁਤ ਜ਼ਿਆਦਾ, ਲੇਬਰ ਮਨੀ, ਇਨ ਕੰਪੈਰੀਜ਼ਨ ਟੂ ਰੈਂਡਮ ਐਂਡ ਸਟ੍ਰੈਟੀਫਾਈਡ. ਰੈਂਡਮ ਅਤੇ ਸਟ੍ਰੈਟੀਫਾਈਡ ਦੋਨਾਂ ਨਾਲੋਂ ਆਪਾਂ ਜ਼ਿਆਦਾ ਕੰਪੈਰੀਜ਼ਨ ਜਦੋਂ ਕਰਦੇ ਹਾਂ, ਇਹ ਆਪਾਂ ਨੂੰ ਜ਼ਿਆਦਾ ਈਜ਼ੀ ਪੈਂਦਾ ਇਕਨੋਮਿਕਲ. ਠੀਕ ਹੈ, ਨੈਕਸਟ ਆਪਣੇ ਕੋਲ ਕੀ ਹੈ ਰਿਪਰੈਜ਼ੈਂਟੇਟਿਵ ਹੁੰਦਾ ਕਿ ਇਹਨੂੰ ਆਪਾਂ ਸਹੀ ਤਰੀਕੇ ਨਾਲ ਸ਼ੋਅ ਆਫ ਕਰਨਾ, ਮਤਲਬ ਕਿਸ ਤਰੀਕੇ ਨਾਲ ਇਹਨੂੰ ਆਪਾਂ ਦਰਸਾਉਣਾ, ਪੇਸ਼ ਕਰਨਾ, ਜਿਹਨੂੰ ਆਪਾਂ ਬੋਲ ਦਿੰਦੇ ਹਾਂ. ਹੁਣ ਕੀ ਹੈ, ਸਿਸਟੇਮੈਟਿਕ ਸੈਂਪਲਿੰਗ ਮੇ ਬੀ ਮੋਰ ਐਫੀਸ਼ੀਐਂਟ ਐਂਡ ਗਿਵ ਰਿਪਰੈਜ਼ੈਂਟੇਟਿਵ ਸੈਂਪਲ. ਕਦੋਂ ਹੋਊਗਾ ਇਹ, ਜਦੋਂ ਇਹਦਾ ਸਾਈਜ਼ ਆਪਣੇ ਕੋਲੇ ਜ਼ਿਆਦਾ ਲਾਰਜ ਹੋਊਗਾ, ਅਤੇ ਉਹਨੂੰ ਆਪਾਂ ਟਾਈਮ ਟੂ ਟਾਈਮ ਉਹਨੂੰ ਕੰਪਲੀਟ ਵੀ ਅਤੇ ਐਂਡ ਅਪ ਟੂ ਡੇਟ ਕਰ ਦਾਂਗੇ. ਅਪ ਟੂ ਡੇਟ ਮਤਲਬ ਜਿੱਦਾਂ ਦੀ ਆਪਣੇ ਕੋਲੇ ਆ ਰਹੀ ਹੈ, ਠੀਕ ਹੈ, ਉਹਨੂੰ ਆਪਾਂ ਪਹਿਲਾਂ ਹੀ ਉੱਦਾਂ ਹੀ ਫਾਈਂਡ ਆਊਟ ਕਰਕੇ ਸਹੀ ਤਰੀਕੇ ਨਾਲ ਉਹਨੂੰ ਆਪਾਂ ਕਰ ਰਹੇ ਹਾਂ. ਨੈਕਸਟ ਆਪਣੇ ਕੋਲੇ ਕੀ ਹੈ, ਪਰਸਨਲ ਬਾਇਸ. ਵੀ ਇਹਦੇ ਵਿੱਚ ਕੋਈ ਭੇਦਭਾਵ ਨਹੀਂ ਹੁੰਦਾ ਇਸ ਮੈਥਡ ਦੇ ਵਿੱਚ, ਕਿਉਂਕਿ ਇਹਦੇ ਵਿੱਚ ਕੀ ਹੈ, there may be personal bias in selection the first number from sampling interval first to k. ਆਪਾਂ 1 to k ਤੱਕ ਲੈ ਲਏ, ਉਸ ਅਕੋਰਡਿੰਗ ਆਪਾਂ ਸਿਲੈਕਟ ਕਰਤਾ. ਐਕੂਰੇਸੀ, ਇਹ ਜ਼ਿਆਦਾ ਐਕੂਰੇਟ ਹੁੰਦਾ, ਜ਼ਿਆਦਾ ਸ਼ੁੱਧ ਹੁੰਦਾ ਵਾ. ਅ ਗੁੱਡ ਡਿਗਰੀ ਆਫ ਐਕੂਰੇਸੀ ਕੈਨ ਬੀ ਅਚੀਵ ਵਿਦ ਦਿਸ ਮੈਥਡ. ਇਸ ਮੈਥਡ ਦੇ ਅਕੋਰਡਿੰਗ ਆਪਾਂ ਇਹ ਐਕੂਰੇਸੀ ਅਚੀਵ ਕਰ ਸਕਦੇ ਹਾਂ. ਜ਼ਿਆਦਾ ਪਿਓਰਨੈਸ ਹੁੰਦੀ ਹੈ ਕਿਉਂਕਿ ਆਪਾਂ ਇਹਨੂੰ ਟਾਈਮ ਦੇ ਅਕੋਰਡਿੰਗ, ਠੀਕ ਹੈ, ਮਤਲਬ ਅਲਫਾਬੈਟਿਕਲੀ, ਜੀਓਗ੍ਰਾਫਿਕਲੀ ਇਹਨੂੰ ਕੰਸੀਡਰ ਕਰਦੇ ਹਾਂ. ਡੀਮੈਰਿਟਸ ਕੀ ਹੈ, ਕੰਪਲੀਟ ਸੈਂਪਲਿੰਗ ਫਰੇਮ. ਹੁਣ ਇਹਦੇ ਵਿੱਚ ਕੀ ਉਹ ਕਹਿੰਦੇ ਡੀਮੈਰਿਟ ਆਪਣੇ ਕੋਲ ਕਿਉਂ ਆਉਂਦੀ ਹੈ, ਆਪਾਂ ਗੱਲ ਕੀਤੀ ਕਿ ਆਪਣੇ ਕੋਲ ਕੰਪਲੀਟ ਅਤੇ ਸੈਂਪਲਿੰਗ ਫਰੇਮ ਜਿਹੜਾ ਅਪ ਟੂ ਡੇਟ ਚਾਹੀਦੀ ਹੈ. ਉਹ ਕਹਿੰਦੇ ਹੁਣ ਕਈ ਵਾਰ ਆਪਾਂ ਨੂੰ ਪ੍ਰੋਬਲਮ ਆ ਜਾਂਦੀ, ਆਪਾਂ ਇਹਨੂੰ ਸਹੀ ਤਰੀਕੇ ਨਾਲ ਅਰੇਂਜ ਨਹੀਂ ਕਰ ਸਕਦੇ, ਅਪ ਟੂ ਡੇਟ ਇਨਫੋਰਮੇਸ਼ਨ ਨਹੀਂ ਕਰ ਸਕਦੇਗੇ. ਇਸ ਲਈ ਇਸ ਮੈਥਡ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਵਾ, ਤਾਂ ਉਹਦੀ ਇਸ ਕਮੀ ਬਣ ਜਾਂਦੀ ਹੈ. ਨੈਕਸਟ ਹੈ ਸੈਂਪਲਿੰਗ ਐਰਰ. ਕਈ ਵਾਰ ਆਪਣੇ ਕੋਲ ਐਰਰ ਮਤਲਬ ਗਲਤੀਆਂ ਵਗੈਰਾ ਜ਼ਿਆਦਾ ਆਉਣ ਲੱਗ ਜਾਂਦੀਆਂ ਵਾ, ਕਿਉਂਕਿ ਇਟ ਇਜ਼ ਨਾਟ ਪੋਸੀਬਲ ਟੂ ਐਸਟੀਮੇਟ ਐਰਰਸ ਇਨ ਦਾ ਮੈਥਡ. ਇਹਦੇ ਵਿੱਚ ਆਪਣੇ ਕੋਲ ਐਂ ਨਹੀਂ, ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇੰਨੇ ਆ ਜੋ, ਇਸ ਤਰੀਕੇ ਨਾਲ ਆਪਣੇ ਕੋਲ ਗਲਤੀਆਂ ਹੋ ਸਕਦੀਆਂ. ਪੈਰੀਓਡਿਸਿਟੀ ਮਤਲਬ ਆਪਾਂ ਟਾਈਮ ਟੂ ਟਾਈਮ ਪੀਰੀਓਡਿਕਲ ਅਕੋਰਡਿੰਗ ਉਹਦੇ ਕਰਨਾ. ਇਸ ਮੈਥਡ ਦੇ ਵਿੱਚ ਕੀ ਆ, ਆਪਣੇ ਕੋਲ ਜਿੰਨੇ ਵੀ ਰਿਜ਼ਲਟ ਹੋਣਗੇ ਆਪਾਂ ਪੀਰੀਓਡਿਕਲੀ ਅਕੋਰਡਿੰਗ ਹੀ ਕਰਨੇ ਆ, ਤਾਂ ਉਹ ਹੋ ਸਕਦਾ ਆਪਣੇ ਕੋਲ ਮਤਲਬ ਟਾਈਮ ਦੀ ਸ਼ਾਰਟੇਜ ਕਰਕੇ ਪ੍ਰੋਬਲਮ ਹੋਵੇ.
ठीक है। ये तो सीगियां अपने कोल सिस्टमैटिक सैंपलिंग जिन्हों आप सीक्वेंस के अकॉर्डिंग लेना वा, बहुत ही सिंपल होंदा वा, इकनोमिकल होंदा, एक्यूरेट होंदा वा, ठीक है, या टाइम के अकॉर्डिंग आप रिप्रजेंट कर सकते हैं। नैक्सट वन अपने को क्या होंदा मल्टी स्टेज रैंडम सैंपलिंग। मल्टी मतलब एक तो ज़्यादा आप उन्होंने चूज करना नंबरस के अकॉर्डिंग की है, मतलब उन्होंने ग्रुप सब ग्रुप, ठीक है, इस अकॉर्डिंग उन्होंने आप डिवाइड कर देना। बाय दिस मैथड ऑफ सैंपल इज डिवाइडेड ऑन द बेसिस ऑफ लार्ज सैंपल यूनिट्स एंड ईच ऑफ दैन फर्दर, उन्होंने अगे दी अगे उन्होंने आप डिवाइड करते रहना, ठीक है। किस तरीके ना जिदा फर्स्ट द इंटायर पॉपूलेशन इज डिवाइडेड इंटू स्टेज और सब स्टेज। पहला जी इंटायर होंगी है कि पूरी की पूरी पॉपूलेशन, जी पूरी की पूरी पॉपूलेशन होगी उन्होंने आप स्टेज, ठीक है, या फिर उन्होंने मतलब ग्रुप या उन्होंने सब ग्रुप्स के डिवाइड कर देंगे। जिदा अपने को फर्स्ट ग्रुप है, ठीक है, आ फर्स्ट ग्रुप है, वो ए पार्ट बी पार्ट मतलब ये सब ग्रुप्स के डिवाइड करता। अगे अपने को की है दैन की है दीज यूनिट्स आर फर्दर सब डिवाइडेड एंड दिस सब डिवीजन इज डन रैंडमली इज पॉसीबल। तो जो इनू आप अगे सब डिवाइड कर दें ग्रुप्स के, ठीक है, सब डिवीजन कर दें तो वो अकॉर्डिंग आप रैंडमली इनू सिलैक्ट कर सकते हैं। फिर सब डिवीजन करने तो बाद इसकी आप सिलैक्शन कर लें, सिलैक्शन ये चलती रही है, ठीक है, मल्टी स्टेज के। हुण ये मैरिट्स की है फ्लैक्सीबल है, इनू आप टाइम के अकॉर्डिंग चेंज कर सकते हैं, ठीक है, ये ज़्यादा फ्लैक्सीबिलिटी होंगी है दूसरे सैंपलिंग मैथड्स नालों। होर की अपने को हैल्पफुल इनकंप्लीट सैंपलिंग फ्रेम। इनकंप्लीट मतलब जी प्रॉपर सही नहीं, मतलब अपने को प्रॉपर फॉर्म के नहीं होंगे, वो भी आपू प्रॉपर फॉर्म के प्रेजेंट करने अपनी हैल्प करते हैं मैथड। दिस मैथड इज स्पैशली यूजफुल एंड वैल्यूएबल इन सर्वे ऑफ अंडर डेवलप्ड एरिया वेयर सैंपलिंग फ्रेम इज नॉट जनरली सफिशिएंट डिटेल एंड एक्यूरेट। जिथे अपने को ज़्यादा ये एक्यूरेट नहीं होंगे उत्थे ये आपू भी सही तरीके ना, क्योंकि उन्होंने आप ग्रुप के सब ग्रुप अगे स्टेजिज के डिवाइड कर देंगे तो जी इनकंप्लीट मतलब अद्धी इनफॉर्मेशन होंगी है उन्होंने पूरा करने अपनी की करते हैं मदद करते हैं। नैक्सट वन अपने को की आती है डी मैरिट्स है दियाँ नॉट इकनोमिकल, भी ये सस्ता नहीं होंगे ज़्यादा। क्यों सस्ता नहीं होंगे क्योंकि उन्होंने पहला आप ग्रुप पहला जिन्नी आप स्टेज के फिर अगे सब स्टेजिज के या अगे ग्रुप्स के, इस करके कि ज़्यादा ईजी नहीं होंगे, ज़्यादा सस्ता नहीं होंगे। ये आपको ज़्यादा मनी लेबर इस क्योंकि आप डिवाइड करना होंगे ना उन्होंने मल्टी स्टेज, मल्टी मतलब एक तो ज़्यादा, मल्टी का जिमें आप मल्टी कलर्स बोल दें कि एक तो ज़्यादा कलर, उवें ये मल्टी स्टेज है कि एक तो ज़्यादा अपने को चीज़ा वा, एक तो ज़्यादा ग्रुप है, उन्होंने डिवाइड करना बहुत ज़्यादा औखा हो जाता है। इस करके उसदे वास्ते आपको लेबर ज़्यादा लोड़ पाऊगी, पैसे की भी ज़्यादा लोड़ पैंदी है, मतलब फिनांस की, ठीक है। इस करके सस्ता नहीं गा। लैस एक्यूरेट ये घट शुद्ध होंगे वा, मोर एक्यूरेसी एंड रिलायबिलिटी कैन नॉट बी एक्सपैक्टेड फ्रॉम दिस मैथड। इस मैथड तो क्यों नहीं कर सकते क्योंकि आप दूसरों के थ्रू रैंडमली आप सिलैक्ट कर लिया मैथड, हो सकता वो सही ना हो, ठीक है। नैक्सट वन अपने को लेके लास्ट मैथड है जो प्रोबेबिलिटी सैंपलिंग मैथड का बहुत ही ज़्यादा इंपॉर्टेंट है। ये सारिया टेक्निक्स जिन्नियां भी आप कर रहे हैं, ठीक है, ये 5 सीगियां प्रोबेबिलिटी दियाँ एंड नॉन प्रोबेबिलिटी दियाँ। ये आप तो क्वेश्चन इकट्ठा भी आ सकता या फिर सैपरेट भी आ सकता अलग अलग तरीके का कि नॉन प्रोबेबिलिटी की होंगी है या फिर कलियां प्रोबेबिलिटी सैंपलिंग दी टेक्निक्स दसो। हुण क्लस्टर सैंपलिंग की है, क्लस्टर आपां की है ये स्ट्रैटिफाइड सैंपलिंग के अकॉर्डिंग ही होंगे, सिमिलर की है स्ट्रैटिफाइड सैंपलिंग, बट की है जिवें हुण आपां गल कीती सीगी थोड़े जिहे आपां बेसिक डिफरेंस करांगे कि स्ट्रैटिफाइड ते क्लस्टर किवें सिमिलर होईयां किवें आपस च मैच करदियां। लाइक आपां हुण इहनूं स्ट्रैटिफाइड विच आपां की बोलिया सीगा कि आपां स्ट्रैटा बनाउणी है, गल कीती सीगी ना कि स्ट्रैटा हुंदे, स्ट्रैटा किहड़े हुंदे आ कि ग्रुप हुंदे आ, उन्हां दे बेस ते आपां इहनूं डिवाइड करदे आ। जिहड़े आपां ग्रुप बनाउने आ किहड़े हुंदे आ स्ट्रैटा, स्ट्रैटिफाइड दे विच होमोजीनियस, ठीक है। इहदे विच भी हुण आपां की आ देखो ग्रुप्स फॉर्मड आर कॉल्ड क्लस्टर्स, ठीक है। फर्स्ट अपने को लिखिए जिहड़े आपां फॉर्म बनाउने आ क्लस्टर्स, मतलब इहदे विच आपां स्ट्रैटा नहीं, इहदे विच आपां की बनाउने आ क्लस्टर, क्लस्टर नूं भी आपां ग्रुप बोल दिंदे आ, ठीक है। बट वो की होणगे अपने हैट्रोजीनियस, ए की सीगे होमोजीनियस, ए की होणगे अपने हैट्रोजीनियस होणगे। तो हुण किवें जिद्दां सॉरी अपने को आ रहा ग्रुप्स फॉर्मड आर कॉल्ड स्ट्रैटम, स्ट्रैटम जदों हुण आपां गल कीती मतलब स्ट्रैटिफाइड दे विच जे क्लस्टर की गल होगी वो की है हैट्रोजीनियस। हुण अपने को की है स्ट्रैटिफाइड सैंपल इन सिंगल टर्म आइटम, सिंगल आइटम ही होंगे जिवें आपां एक होमोजीनियस का बना लिया, वो सारे के सारे मान लो आपां फीमेल की गल कर रहे हैं या मेल की गल करते पे, वो की होगी अपनी सिंगल आइटम होगी। तो होल ग्रुप इज सिलैक्टेड एज सैंपल इन केस ऑफ क्लस्टर, भी वो कादी बेस से क्योंकि वो सारी की सारी अपनियां की होंदियां हैट्रोजीनियस अलग अलग तरीके दी होंदियां वा, इस करके उन्हें पूरे सिलैक्ट करना पैंदा कि अपने को क्लस्टर। ग्रुप्स आर इंटरनली
ਇੰਟਰਨਲੀ ਹੋਮੋਜੀਨੀਅਸ ਇਨ ਕੇਸ ਆਫ ਸਟ੍ਰੈਟੀਫਾਈਡ, ਅੰਦਰੋਂ ਹੀ ਹੋਮੋਜੀਨੀਅਸ ਮਤਲਬ ਆਪਣੇ ਕੋਲ ਇੱਕ ਟਾਈਪ ਦੇ ਕਿਵੇਂ, ਮੰਨ ਲਓ ਆਪਾਂ ਜਿਵੇਂ ਐਗਜ਼ਾਮਪਲ ਆਪਾਂ ਮੇਲ ਦੀ ਗੱਲ ਕਰਦੇ ਪਏ ਹਾਂ ਕਿ ਸਟੂਡੈਂਟਸ ਆਪਾਂ ਕਾਊਂਟ ਕਰਨੇ ਸੀਗੇ, ਇੱਕ ਪਾਸੇ ਆਪਾਂ ਮੇਲ ਲੈ ਲਏ, ਇੱਕ ਪਾਸੇ ਕੀ ਲੈ ਲਏ ਫੀਮੇਲ। ਇਹਦੇ ਵਿੱਚ ਹੁਣ ਜਿੰਨਾ ਆਪਾਂ ਇੱਕ ਯੂਨਿਟ ਬਣਾਈ ਹੈ, ਜਿੰਨਾ ਗਰੁੱਪ ਬਣਾਇਆ, ਜਿੰਨੇ ਸਟਰੈਟਾ ਬਣਾਇਆ, ਉਹ ਕੀ ਆਪਣੇ ਕੋਲੇ ਹੋਮੋਜੀਨੀਅਸ ਹੈ ਇਹਦੇ ਵਿੱਚ ਵੀ, ਠੀਕ ਹੈ। ਨੈਕਸਟ ਆਪਣੇ ਕੋਲ ਕੀ ਹੈ, ਗਰੁੱਪਸ ਆਰ ਇੰਟਰਨਲੀ ਹੈਟਰੋਜੀਨੀਅਸ ਇਨ ਕੇਸ, ਹੈਟਰੋਜੀਨੀਅਸ ਕਿਵੇਂ ਹੋਣਗੇ ਇਹ ਇੰਟਰਨਲੀ ਇਨ ਕੇਸ ਆਫ ਕਲਸਟਰ ਦੇ ਵਿੱਚ, ਜਿੱਦਾਂ ਆਪਾਂ ਸ਼ੂਗਰ ਦੀ ਗੱਲ ਕਰੀਏ, ਠੀਕ ਹੈ, ਸ਼ੂਗਰ ਦੀ ਗੱਲ ਕਰੀਏ, ਹੁਣ ਸ਼ੂਗਰ ਵੀ ਕਈ ਟਾਈਪ ਦੀ ਹੁੰਦੀ ਹੈ, ਜਿੱਦਾਂ ਆਪਾਂ ਗੱਲ ਕਰੀਏ ਇੱਕ ਬਹੁਤ ਹੀ ਜ਼ਿਆਦਾ ਵਾਈਟ ਕਲਰ 'ਚ ਹੁੰਦੀ ਹੈ, ਇੱਕ ਕਰੀਮ ਆਫ ਵਾਈਟ 'ਚ ਹੁੰਦੀ ਹੈ, ਠੀਕ ਹੈ। ਉਹ ਆਪਾਂ ਸਾਰੇ ਉਹਨਾਂ ਨੂੰ ਆਪਾਂ ਮਤਲਬ ਸ਼ੂਗਰ ਹੈ ਸਾਰੀ ਸ਼ੂਗਰ ਹੀ, ਬਟ ਅਲੱਗ-ਅਲੱਗ, ਜਿਵੇਂ ਇੱਕ ਬਰੀਕ ਹੋ ਗਈ, ਇੱਕ ਮੋਟੀ ਹੋ ਗਈ, ਕਾਫੀ ਮੋਟੀ ਹੁੰਦੀ, ਮਤਲਬ ਇਹਨਾਂ ਨੂੰ ਆਪਾਂ ਬਣਾ ਰਹੇ ਹਾਂ ਤੇ ਉਹ ਕੀ ਹੋ ਗਈ ਹੈਟਰੋਜੀਨੀਅਸ। ਇਹ ਕੀ ਹੈ ਹੋਮੋਜੀਨੀਅਸ, ਜਾਂ ਮਤਲਬ ਇੱਕ ਵਿੱਚ ਹੀ ਸੇਮ ਟਾਈਪ ਦੀ ਆਪਾਂ ਗੱਲ ਕਰਦੇ ਪਏ ਹਾਂ। ਗਰੁੱਪਸ ਆਰ ਐਕਸਟਰਨਲੀ ਹੈਟਰੋਜੀਨੀਅਸ ਇਨ ਕੇਸ ਆਫ ਸਟ੍ਰੈਟੀਫਾਈਡ, ਜੇ ਬਾਹਰੋਂ ਗੱਲ ਕਰੀਏ ਉਹ ਕੀ ਹੋਣਗੇ ਆਪਣੇ ਕੋਲ ਅਲੱਗ-ਅਲੱਗ, ਬਟ ਅੰਦਰੋਂ ਕੀ ਹੈ ਇਹ ਇੰਟਰਨਲੀ ਕੀ ਹੈ ਇਹ ਮੇਲ, ਜਿਹੜੇ ਹੁਣ ਆਪਾਂ ਅੰਦਰਲੀ ਗੱਲ ਕਰਦੇ ਪਏ ਹਾਂ ਮੇਲ ਦੀ, ਉਹ ਕੀ ਹੈ ਸਾਰੇ ਹੋਮੋਜੀਨੀਅਸ ਹੈ। ਹੁਣ ਆਪਾਂ ਇਹਦੇ ਵਿੱਚ ਗੱਲ ਕਰੀਏ, ਇਹ ਕੀ ਆਪਣੇ ਕੋਲੇ ਹੈਟਰੋਜੀਨੀਅਸ ਹੈ। ਗਰੁੱਪਸ ਆਰ ਐਕਸਟਰਨਲੀ ਹੋਮੋਜੀਨੀਅਸ ਇਨ ਕੇਸ ਆਫ ਕਲਸਟਰ। ਹੁਣ ਜੇ ਆਪਾਂ ਬਾਹਰੋਂ ਦੇਖਿਆ ਜਾਵੇ, ਦੇਖੋ ਹੁਣ ਆਪਾਂ ਸਾਰੀ ਦੀ ਸਾਰੀ ਇਹਦੀ ਗੱਲ ਕੀਤੀ ਸੀ, ਇਹ ਕੀ ਆਪਣੇ ਕੋਲੇ ਸੇਮ ਟਾਈਪ ਦੀ ਹੈ, ਮਤਲਬ ਇਹ ਸਾਰੀ ਕੀ ਹੈ ਸ਼ੂਗਰ ਦੀ ਗੱਲ ਕਰਦੇ ਪਏ ਸੀ, ਸ਼ੂਗਰ ਏ, ਸ਼ੂਗਰ ਬੀ, ਸ਼ੂਗਰ ਸੀ, ਸ਼ੂਗਰ ਡੀ, ਇਹ ਸਾਰੀ ਕੀ ਆ ਆਪਣੇ ਕੋਲੇ ਹੋਮੋਜੀਨੀਅਸ। ਜੇ ਆਪਾਂ ਐਕਸਟਰਨਲੀ ਗੱਲ ਕਰੀਏ ਤਾਂ ਜਿਹੜੇ ਕਲਸਟਰ ਆ ਉਹ ਕੀ ਹੁੰਦੇ ਆ ਹੋਮੋਜੀਨੀਅਸ ਹੁੰਦੇ ਆ। ਜੇ ਆਪਾਂ ਬਾਹਰੋਂ ਗੱਲ ਕਰੀਏ, ਠੀਕ ਹੈ, ਸੌਰੀ ਬਾਹਰੋਂ ਗੱਲ ਕਰੀਏ ਆਪਣੇ ਕੋਲੇ ਕਲਸਟਰ ਕੀ ਹੋਣਗੇ ਹੋਮੋਜੀਨੀਅਸ ਹੋਣਗੇ, ਤੇ ਜੇ ਆਪਾਂ ਮਤਲਬ ਬਾਹਰੋਂ ਹੀ ਸਟ੍ਰੈਟੀਫਾਈਡ ਦੀ ਗੱਲ ਕਰੀਏ ਉਹ ਕੀ ਹੋਣਗੇ ਆਪਣੇ ਹੈਟਰੋਜੀਨੀਅਸ ਹੋਣਗੇ, ਉਹ ਅਲੱਗ ਤਰੀਕੇ ਦੇ ਸੇਮ ਟਾਈਪ ਦੇ ਹੋਣਗੇ। ਥੋੜਾ ਜਿਹਾ ਡਿਫਰੈਂਸ ਸੀਗਾ, ਹੁੰਦੇ ਸਿਮਿਲਰ ਹੀ ਆ, ਬਸ ਇੱਕ ਦੂਜੇ ਦੇ ਆਪਾਂ ਦੇਖਣਾ ਕਿ ਕਿਹੜੇ ਕਿਵੇਂ ਹੈਟਰੋਜੀਨੀਅਸ ਬਣਦੇ ਆ ਤੇ ਕਿਹੜੇ ਕਦੋਂ ਆਪਣੇ ਕੋਲੇ ਹੋਮੋਜੀਨੀਅਸ ਬਣਦੇ ਆ। ਹੋਮੋਜੀਨੀਅਸ ਮਤਲਬ ਸਾਰੇ ਇੱਕ ਟਾਈਪ ਦੇ, ਹੈਟਰੋਜੀਨੀਅਸ ਮਤਲਬ ਆਪਣੇ ਕੋਲੇ ਡਿਫਰੈਂਟ ਟਾਈਪ ਦੇ। ਆ ਡਿਫਰੈਂਟ ਦੋ ਟਾਈਪਸ ਦੀਆਂ ਸੀਗੀਆਂ, ਪ੍ਰੋਬੇਬਿਲਿਟੀ ਤੇ ਨॉन ਪ੍ਰੋਬੇਬਿਲਿਟੀ, ਬਹੁਤ ਹੀ ਜ਼ਿਆਦਾ ਇਹਦੀਆਂ ਇੰਪੋਰਟੈਂਟ ਹੈ ਇਹ, ਠੀਕ ਹੈ। ਪ੍ਰੋਬੇਬਿਲਿਟੀ ਰੈਂਡਮ ਜਿੰਨੇ ਵੀ ਆਪਣੇ ਕੋਲੇ ਮੈਥਡਸ ਹੈ, ਆਪਾਂ ਤਿੰਨ ਅੱਜ ਕਰ ਲਏ ਆ, ਠੀਕ ਹੈ। 5 ਆਪਣੇ ਕੰਪਲੀਟ ਹੋ ਗਏ ਬਿਲਕੁਲ। ਆਈ ਹੋਪ ਕਿ ਤੁਹਾਨੂੰ ਆ ਡਿਫਰੈਂਟ ਦੋਨਾਂ ਦੇ ਵਿੱਚ ਕਲੀਅਰ ਹੋ ਗਿਆ ਹੋਵੇ, ਕਲਸਟਰ ਤੇ ਸਟ੍ਰੈਟੀਫਾਈਡ ਦੇ ਵਿੱਚ।